ਅੰਮ੍ਰਿਤਸਰ ਦੇ ਦਾਣਾ ਮੰਡੀ ਦੇ ਵਿੱਚ ਆੜ੍ਹਤੀਆ ਅਤੇ ਵਰਕਰ ਦੇ ਕਿਸਾਨ ਦੇ ਵਿੱਚ ਜਿਹੜੀ ਮੀਟਿੰਗ ਅੱਜ ਹੋਵੇਗੀ। ਮੀਟਿੰਗ ਦਾ ਸਿਲਸਿਲਾ 12 ਵਜੇ ਚਾਲੂ ਹੋਵੇਗਾ ਤੇ ਵੱਡੀ ਕਤਾਰ ਦੇ ਵਿੱਚ ਤੇ ਕਿਸਾਨ ਅਤੇ ਆੜ੍ਹਤੀਆ ਵਰਕਰ ਵੀ ਪਹੁੰਚਣਗੇ ਤੇ ਵੇਖ ਸਕਦੇ ਹੋ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਮੰਡੀ ਦੇ ਵਿੱਚ ਸਰਵਨ ਸਿੰਘ ਪੰਧੇਰ ਵੀ ਇੱਥੇ ਪਹੁੰਚ ਚੁੱਕੇ ਨੇ, ਕਿਉਂਕਿ ਜਿਹੜੇ ਵੱਡੇ ਆਗੂ ਉਹ ਪਹੁੰਚ ਚੁੱਕੇ ਨੇ ਤੇ ਇੱਥੇ ਆੜ੍ਹਤੀਏ ਵੱਡੀ ਮਾਤਰਾ ਵਿੱਚ ਪਹੁੰਚੇ। ਕਈ ਮੀਟਿੰਗਾਂ ਦਾ ਇੱਥੇ ਸਿਲਸਿਲਾ ਹੋਵੇਗਾ ਤੇ ਜਿਹੜੀਆਂ ਤਿਆਰੀਆਂ ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਦਾਣਾ ਮੰਡੀ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ, ਸਫਾਈ ਕੀਤੀ ਜਾ ਰਹੀ ਆ, ਜਿਹੜੀ ਲਾਈਨਿੰਗ ਬਣਾਈ, ਕਿਉਂਕਿ ਹਜ਼ਾਰਾਂ ਦਾ ਇਕੱਠ ਜਿਹੜਾ ਇੱਥੇ ਹੋਵੇਗਾ ਤੇ ਮੰਡੀ ਦੇ ਵਿੱਚ ਪੰਧੇਰ ਸਾਹਿਬ ਦਾ ਕਹਿਣਾ ਕਿ ਇੱਥੇ ਕਈ ਇਕੱਠ ਹੋ ਸਕਦੇ ਨੇ। ਵੱਡੀ ਗਿਣਤੀ ਦੇ ਸ਼ੈੱਡ ਦੇਖ ਸਕਦੇ ਹੋ ਕਿ ਗਰਮੀ ਨੂੰ ਨਿਵਾਰ, ਕਿਉਂਕਿ ਕਾਫੀ ਗਰਮੀ ਪੈ ਰਹੀ ਹੈ ਤੇ ਸ਼ੈੱਡ ਦੇ ਥੱਲੇ ਜਿਹੜੀ ਮੀਟਿੰਗ ਕੀਤੀ ਜਾਵੇਗੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਕਿਸਾਨ ਆਉਣਗੇ ਅਤੇ ਇਸ ਮੀਟਿੰਗ ਦੇ ਵਿੱਚ ਅਹਿਮ ਮੁੱਦੇ ਰੱਖੇ ਜਾਣਗੇ। ਮੀਟਿੰਗ ਦਾ ਸਿਲਸਿਲਾ 12 ਵਜੇ ਤੱਕ ਚਾਲੂ ਹੋਵੇਗਾ ਤੇ ਵੱਡੇ ਜਿਹੜੇ ਸ਼ੈੱਡ ਦੇਖ ਸਕਦੇ ਹੋ, ਇਸ ਦੇ ਥੱਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣੇ ਕਿਸਾਨ ਪਹੁੰਚਣਗੇ, ਆੜ੍ਹਤੀਏ ਪਹੁੰਚਣਗੇ, ਵਰਕਰ ਪਹੁੰਚਣਗੇ। ਮੀਟਿੰਗ ਦੇ ਵਿੱਚ ਕਈ ਮੁੱਦੇ ਆ, ਕਿਉਂਕਿ ਮੁੱਦਿਆਂ ਦੇ ਜੇ ਗੱਲ ਕੀਤੀ ਜਾਵੇ, ਪਿਛਲੇ ਕਾਫੀ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਨੇ, 300 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਨੇ ਆਪਣੇ ਆਪ, ਪਰ ਕੇਂਦਰ ਸਰਕਾਰ ਦਾ ਅੜੀਆ ਨਹੀਂ ਬਦਲ ਰਿਹਾ ਤੇ ਕਿਸਾਨ ਵੀ ਬਿਲਕੁਲ ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਨੇ। ਕੇਂਦਰ ਸਰਕਾਰ ਆਪਣਾ ਕੰਮ ਕਰ ਰਹੀ ਹੈ, ਮੀਟਿੰਗ ਦਾ ਸਿਲਸਿਲਾ ਵੀ ਜਾਰੀ ਆ, ਪਰ ਮੀਟਿੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ। ਸਰਵਨ ਸਿੰਘ ਪੰਧੇਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ, ਜਿਹੜੀ ਅੱਜ ਮੀਟਿੰਗ ਹੋਵੇਗੀ ਉਹਦੇ ਵਿੱਚ ਕੀ ਚਰਚਾ ਹੋਵੇਗੀ? ਦੇਖੋ, ਮੀਟਿੰਗਾਂ ਦੇ ਵਿੱਚ ਸਭ ਤੋਂ ਵੱਡਾ ਹੁੰਦਾ ਵੀ ਟੀਮ ਵਰਕ। ਆਪਣਾ ਜਿਹੜਾ ਲੀਡਰਸ਼ਿਪ ਹੁੰਦੀ ਆ ਉਹਨਾਂ ਦੀ, ਇਹ ਅੰਦਰੂਨੀ ਜਥੇਬੰਦੀ ਦੇ ਕੰਮ ਹੁੰਦਾ ਵੀ ਆਪ ਦੀ ਟੀਮ ਨੂੰ 11 ਮੈਂਬਰੀ ਪਿੰਡ 'ਚ ਹੁੰਦੀ, ਸਾਡੀ ਜ਼ੋਨ ਕਮੇਟੀ ਹੈ, ਜ਼ਿਲ੍ਹਾ ਕਮੇਟੀ ਹੈ, ਪੂਰੀ ਐਕਟੀਵੇਟ ਕਰਨਾ, ਉਹਨਾਂ ਦੇ ਸਾਹਮਣੇ ਪੂਰਾ ਪ੍ਰੋਗਰਾਮ ਲੈਸ ਕਰ ਦੇਣਾ। ਮੁੱਦਿਆਂ ਦਾ ਉਹਨਾਂ ਨੂੰ ਪਤਾ ਵਾ ਵੀ ਅਸੀਂ ਹਰ ਵਰਗ ਤੱਕ ਜਾਣਾ ਵਾ, ਹਰ ਵਰਗ ਤੱਕ ਪਹੁੰਚ ਕਰਨੀ ਆ। ਇਹ ਖੇਤੀ ਦੇ 3 ਕਾਨੂੰਨ ਜੇ ਅਸਰ ਹੁੰਦਾ, ਉਹਨਾਂ 'ਤੇ ਕਿਵੇਂ ਅਸਰ ਡਾਉਣਗੇ, ਚਾਹੇ ਉਹ ਭੱਠੇ ਦਾ ਮਜ਼ਦੂਰ ਹੋਵੇ, ਚਾਹੇ ਉਹ ਖੇਤ ਮਜ਼ਦੂਰ ਹੋਏ, ਚਾਹੇ ਉਹ ਮੰਡੀ ਦਾ ਮਜ਼ਦੂਰ ਹੋਏ, ਚਾਹੇ ਉਹ ਦੁਕਾਨਦਾਰੀ ਹੋਵੇ, ਚਾਹੇ ਉਹ ਰੇਹੜੀ ਫੜੀ ਵਾਲੇ ਹੋਣ, ਕੋਈ ਕਿੱਤੇ ਵਾਲੇ ਹੋਣ, ਵੀ ਸਾਰਿਆਂ, ਕਿਉਂਕਿ ਖੇਤੀ ਦਾ ਅਰਥ ਸੂਬਾ ਵਾ ਤੇ ਖੇਤੀ ਦੇ ਮਰਨ ਨਾਲ ਸਾਰਿਆਂ 'ਤੇ ਫਰਕ ਪੈਣਾ ਤੇ ਸਾਰਿਆਂ ਤੱਕ ਗੱਲ ਲੈ ਕੇ ਜਾਣੀ ਆ। ਤੇ ਉਹਦੇ ਇੱਕ ਤਾਂ ਮੀਟਿੰਗਾਂ ਦਾ ਸਿਲਸਿਲਾ ਹੁੰਦਾ, ਟਰੈਕਟਰਾਂ 'ਤੇ ਸਪੀਕਰ ਲਾ ਕੇ ਪਿੰਡ ਪਿੰਡ ਪ੍ਰਚਾਰ ਕਰਨ ਜਾਈਏ, ਡੋਰ ਟੂ ਡੋਰ ਜਾਈਏ। ਅੱਧੀ ਆਬਾਦੀ ਸਾਡੀ ਔਰਤਾਂ ਦੀ, ਔਰਤਾਂ ਤੋਂ ਬਗੈਰ ਕੋਈ ਸਮਾਜ ਕੋਈ ਜਿੱਤ ਨਹੀਂ ਜਿੱਤ ਸਕਦਾ ਤੇ ਜਿੰਨਾ ਚਿਰ ਮਾਤਾਵਾਂ ਭੈਣਾਂ ਇਸ ਫੀਲਡ ਵਿੱਚ ਨਾ ਆਈਆਂ, ਉਹ ਲਾਮਬੰਦੀ 'ਚ ਤੇ ਸਮੱਸਿਆ ਦੀ ਨੌਜਵਾਨ ਇੱਕ 60% ਸਾਡਾ ਹਿੱਸਾ ਉਹਨਾਂ ਤੱਕ ਪਹੁੰਚ ਕਰਨੀ ਆ। ਉਹ ਕਿਹੜੀਆਂ ਗੱਲਾਂ ਲੈ ਕੇ ਜਾਈਏ? ਇਹ ਤੋਂ ਕਾ 33% ਸਾਡਾ ਪਿੰਡਾਂ ਦਾ ਮਜ਼ਦੂਰ ਬੈਠਾ। ਤਾਂ ਸਾਰੇ ਮੁੱਦੇ ਜਿਹੜੇ ਆ, ਇਹਨਾਂ ਮੁੱਦੇ ਨੂੰ ਲੈ ਕੇ ਲੰਮੀ ਵਿਚਾਰ ਚਰਚਾ 2-3 ਘੰਟੇ ਵਰਕਰਾਂ ਨਾਲ ਹੋਣੀ ਆ ਤੇ ਸਾਰੇ ਉਹਨਾਂ ਨੂੰ ਵੱਖ-ਵੱਖ ਬੁਲਾ ਰਹੇ ਨੇ, ਦੱਸ ਕੇ ਪ੍ਰੋਗਰਾਮ ਨਾਲ ਲੈਸ ਕਰਕੇ ਪੂਰਾ 18 ਤਰੀਕ ਤੱਕ ਦੇ ਡੇਟਾਂ ਤੈਅ ਕਰਕੇ ਦੇ ਦੇਣੀ ਅੱਜ ਇੱਥੋਂ ਵੀ ਕੀ ਕਿਵੇਂ ਕਰਨਾ। ਪੰਧੇਰ ਸਾਹਿਬ, ਪਿੰਡਾਂ ਦੇ ਵਿੱਚ ਲੋਕ ਜਾਗਰੂਕ ਹੋ ਗਏ, ਲੱਗਦਾ ਕਿ ਸ਼ਹਿਰਾਂ ਦੇ ਵਿੱਚ ਹਜੇ ਜਾਗਰੂਕ ਹੋਣੇ ਲੋਕੀ ਬਾਕੀ ਨੇ। ਮੁੱਖ ਰੂਪ ਵਿੱਚ ਗੱਲ ਤਾਂ ਚਲੇਗੀ, ਮੈਸੇਜ ਤਾਂ ਕਨਵੇ ਆ ਵੀ ਖੇਤੀ ਦੇ ਨਾਲ ਸਾਡਾ ਨੁਕਸਾਨ ਹੋਣਾ। ਐਗਜ਼ੈਕਟ ਸਾਰੀਆਂ ਗੱਲਾਂ ਨਹੀਂ, ਸ਼ਹਿਰਾਂ ਦੇ ਲੋਕ ਜਥੇਬੰਦੀ ਵਾਲੇ ਘੇਰੇ 'ਚ ਨਹੀਂ ਹੈਗੇ, ਠੀਕ ਆ। ਤਾਂ ਉਹਨਾਂ ਨੂੰ ਜਦੋਂ ਜਥੇਬੰਦੀਆਂ ਨਾਲ ਆਉਣਗੇ, ਗੱਲਾਂ ਸੁਣਨਗੇ, ਕਦੇ ਉਹਨਾਂ ਦੇ ਵਾਰਡਾਂ ਜਾ ਕੇ ਗੱਲਾਂ ਹੋਣਗੀਆਂ ਵੀ ਸਾਡਾ ਮੁੱਦਾ ਇਹ ਆ, ਸਾਡਾ ਮੁੱਦਾ ਕੋਈ ਨਹੀਂ, ਪੰਜਾਬ ਨੂੰ ਬਚਾਉਣ ਦਾ ਸਵਾਲ ਆ। ਸਿੱਧੇ ਰੂਪ ਵਿੱਚ ਤੁਸੀਂ ਖੇਤੀ ਨਾਲ ਨਹੀਂ ਜੁੜੇ, ਅਸਿੱਧੇ ਰੂਪ ਵਿੱਚ ਤੁਹਾਡੇ ਕਿੱਤੇ 'ਤੇ ਵੀ ਮਾਰ ਪੈਣੀ ਆ। ਅਤੇ ਬਹੁਤ ਸਾਰੇ ਮੁੱਦੇ ਆ, ਜਿਵੇਂ ਦੁਕਾਨਦਾਰਾਂ ਨੂੰ GST ਦੀ ਮਾਰ ਪਈ, ਨੋਟਬੰਦੀ ਦੀ ਮਾਰ ਪਈ, ਉਹਨਾਂ ਦੇ ਬਹੁਤ ਸਾਰੀ ਪ੍ਰੋਬਲਮਸ ਹੈ। ਭਾਵੇਂ ਇਸ 'ਤੇ ਮੁੱਦਾ ਨਹੀਂ ਹੈਗਾ, ਪਰ ਜੇ ਇਸ ਮੁੱਦੇ 'ਤੇ ਸਫਲ ਹੁੰਦੇ ਆ ਤਾਂ ਉਹਨਾਂ ਵਾਲੇ ਮੁੱਦੇ 'ਤੇ ਵੀ ਅਸੀਂ ਸਹਿਯੋਗੀ ਰੋਲ ਦੇ ਸਕਦੇ ਹਾਂ। ਇੱਕ ਸਾਂਝ ਬਣਨ ਵਾਲੀ ਗੱਲ ਹੈ ਕਿ ਸਾਂਝਾ ਬਣਾਵਾਂਗੇ ਉਹਨਾਂ ਦਾ। ਜੇ ਗੱਲ ਕੀਤੀ ਹੋਵੇ ਭਾਜਪਾ ਦੇ ਆਗੂਆਂ ਦਾ ਕਿ ਵਿੱਚੋਂ ਵਿਚੋਲੇ ਕੱਢੇ ਜਾ ਰਹੇ, ਵਿਚੋਲੇ ਆੜ੍ਹਤੀਆਂ ਨੂੰ ਕਿਹਾ ਗਿਆ ਕਿ ਲੱਗਦਾ ਕਿ ਜਿਹੜਾ ਕਿਸਾਨ ਦਾ ਨਹੁੰ ਵੱਸਦਾ ਦਾ ਰਿਸ਼ਤਾ ਇਹ ਫਿੱਕ ਪਾਉਂਦੇ ਆ ਨਾ। ਦੇਖੋ, ਵਿਚੋਲੇ ਵੱਧ ਪੈਣੇ ਆ। ਜਦੋਂ ਤੁਸੀਂ ਯੂਪੀ ਚੱਲ ਜਾਓ, ਜਿੱਥੇ ਪੈਟਰਨ ਚੱਲ ਰਿਹਾ ਪ੍ਰਾਈਵੇਟ, ਤੇ ਵਿਚੋਲਾ ਵੱਧ, ਪਿੰਡਾਂ ਜਾ ਕੇ ਦਲਾਲ ਹੀ ਖਰੀਦਦੇ ਢੇਰੀਆਂ ਘਰਾਂ ਜਾ ਕੇ। ਨਾ, ਵਿਚੋਲੇ ਵਧਣੇ ਆ, ਘਟਣੇ ਨਹੀਂ ਹੈਗੇ। ਇਹ ਤਾਂ ਜਾਣ ਬੁੱਝ ਕੇ ਗੱਲ ਨੂੰ ਦੁਸ਼ਪ੍ਰਚਾਰ ਕੀਤਾ ਜਾ ਰਿਹਾ। ਵਿਚੋਲਾ ਨਿਕਲਣਾ ਨਹੀਂ, ਵਿਚੋਲਾ ਵੱਧ। ਪ੍ਰਾਈਵੇਟ ਖੇਤਰ ਦੇ ਵਿੱਚ ਤੁਸੀਂ ਆਪਣੇ ਪਿੰਡਾਂ 'ਚ ਦੇਖ ਲਓ, ਕਿਸਾਨ ਜਾਂਦੇ ਆ, ਡੰਗਰਾਂ ਦਾ ਵਪਾਰ ਦੇਖ ਲਓ, ਇੱਥੇ ਖਰੀਦਣ ਵਾਲਾ ਅੱਡ ਹੁੰਦਾ, ਵੇਚਣਾ ਤੇ ਵਿੱਚ ਦਲਾਲ ਅੱਡ ਹੁੰਦਾ ਵੀ ਮੈਨੂੰ 100 ਦਿਓ। ਤਾਂ ਪ੍ਰਾਈਵੇਟ ਕੰਮ ਵਿੱਚ ਦਲਾਲੀ ਜ਼ਿਆਦਾ ਹੁੰਦੀ, ਉਹ 'ਚ ਵਿਚੋਲੇ ਵਧਣੇ ਆ, ਲੱਖਾਂ ਕਿਸਮ ਦੇ ਨਵੇਂ ਵਿਚੋਲੇ ਪੈਦਾ ਕਰਨੇ ਆ। ਤਾਂ ਉਹਦਾ ਜਾਣ ਬੁੱਝ ਕੇ ਝੂਠ ਬੋਲੇ, ਵਿਚੋਲਾ ਕੱਢਣਾ ਨਹੀਂ, ਵਿਚੋਲੇ ਹੋਰ ਸ਼ਾਮਲ ਕਰਨੇ ਆ ਪ੍ਰਾਈਵੇਟ ਖੇਤਰ ਦੇ ਵਿੱਚ। ਜਦੋਂ ਕਿਸਾਨ ਨੂੰ ਪੈਸੇ ਦੀ ਕਿਸੇ ਲੋੜ ਪੈਂਦੀ, ਜਦੋਂ ਮੰਡੀ ਦੇ ਵਿੱਚ ਫਸਲ ਲਿਆਂਦਾ, ਆੜ੍ਹਤੀ ਦੀ ਕੁੰਡੀ ਖੜਕਾਉਂਦਾ, ਤਾਂ ਜਦੋਂ ਆੜ੍ਹਤੀ ਨਹੀਂ ਰਹੂਗਾ ਤਾਂ ਪੈਸੇ ਕਿੱਥੋਂ ਲਵੇਗਾ? ਦੇਖੋ, ਸਹੀ ਜੀ ਗੱਲ ਆ ਵੀ ਬਦਲ ਕੋਈ ਨਹੀਂ, ਸਰਕਾਰ ਨੇ ਅਜੇ ਤੱਕ ਖੇਤੀ ਲਈ ਕੋਈ ਬਦਲ ਨਹੀਂ ਦਿੱਤਾ ਨਾ ਉਹਦੇ ਲਈ, ਕਿਉਂਕਿ ਜਿਹੜੀ ਜਿੰਨਾ ਉਹ ਖਰਚ ਲਾ ਰਿਹਾ ਖੇਤੀ 'ਤੇ, ਉਹ 'ਤੇ ਮੁਨਾਫਾ ਨਹੀਂ ਆ ਰਿਹਾ ਤੇ ਸਾਲ ਭਰ ਕਰਜ਼ਾ ਹੀ ਹੁੰਦਾ। ਬੈਂਕ ਦੀ ਵੀ ਇੱਕ ਬੈਂਕ ਕੋ ਵੀ ਇਹਨੇ ਲੈ ਲਿਆ। ਵਾਹਿਦ ਬੰਦਾ ਆੜ੍ਹਤੀਆ ਬਚਿਆ ਵੀ ਉਹਦੇ ਕੋਲੇ ਉਹਦੀ ਮਜਬੂਰੀ ਆ 5 ਕਿੱਲੇ ਵਾਲੇ ਛੋਟੇ ਕਿਸਾਨ ਦੀ, ਤੋਂ ਵੀ ਵੱਡੇ ਵਾਲੇ ਦੀ, ਉਹ ਨਾ ਗਾਹੇ ਬਖਾਏ ਜਿਹੜਾ ਬਾਓ ਆਪਣੀ ਗਰਜ ਕਰਦਾ। ਸਰਕਾਰ ਕੋਲੇ ਇਹੋ ਜਿਹਾ ਕੋਈ ਪੈਟਰਨ ਨਹੀਂ ਹੈਗਾ ਉਹਨੂੰ ਇਸ ਚੱਕਰ 'ਚੋਂ ਕੱਢ ਸਕੇ। ਤਾਂ ਇਸ ਕਰਕੇ ਵੀ ਭਾਈ ਜੋ ਕੁਝ ਇਹਦੇ ਕੋਲ ਹੈਗਾ ਮੌਜੂਦਾ ਹਾਲਤਾਂ ਵਿੱਚ, ਜਿਹੜਾ ਮੰਡੀ ਦਾ ਸਿਸਟਮ ਅੱਡ ਆ, ਪੈਸੇ ਲੈਣੇ ਅੱਡ ਚੀਜ਼ ਆ, ਦੋ ਚੀਜ਼ਾਂ ਨੂੰ ਇਕੱਠੇ ਕਰਕੇ ਦੇਖੋ। ਮੰਡੀ ਵਿੱਚ ਜਿਹੜਾ ਆੜ੍ਹਤੀਆ ਕਮਿਸ਼ਨ ਏਜੰਟ ਆ ਸਾਡਾ, ਤੇ ਕਮਿਸ਼ਨ ਏਜੰਟ ਨਾਲ ਕੋਈ ਰੌਲਾ ਨਹੀਂ ਸਾਡਾ, ਵਧੀਆ ਬੈਸਟ ਸਿਸਟਮ ਹੈ। ਪੈਸੇ ਦਾ ਲੈਣ ਦੇਣ ਸੂਦਖੋਰੀ ਸਿਸਟਮ ਹੈ, ਉਹ ਅੱਡ ਚੀਜ਼ ਹੈ, ਉਹਦੀ ਮਜਬੂਰੀ ਹੈ ਕਿਸਾਨ ਦੀ। ਸਰਕਾਰ ਕੋਲੇ
ਇਹ ਸਿਸਟਮ ਦਾ ਕੋਈ ਹੱਲ ਨਹੀਂ ਹੈਗਾ ਵੀ ਇਹਨੂੰ ਸਹੀ ਤਰੀਕੇ ਨਾਲ ਕਰ ਸਕੇ। ਤਾਂ ਉਹ ਜੋ ਸਿਸਟਮ ਡਿਵੈਲਪ ਹੋਇਆ ਵਾ, ਜੋ ਸਿਸਟਮ ਨਾਲ ਘੱਟੋ ਘੱਟ ਕਿਸਾਨੀ ਕਰਜ਼ਈ ਹੁੰਦਿਆਂ ਹੋਇਆ ਇੱਕ ਕਿਸਮ ਦਾ ਗੁਜ਼ਾਰਾ ਕਰ ਰਹੀ ਆ, ਤਾਂ ਉਹਨੂੰ ਵੀ ਖਤਮ ਕਰਨ ਦੀ ਤਿਆਰੀ ਆ ਵੀ ਖੇਤੀ ਸੈਕਟਰ 'ਚੋਂ ਕਿਸਾਨ ਹੀ ਕੱਢ ਦਿਓ। ਤੇ ਤਾਂ ਹੀ ਉਹ ਕਹਿੰਦੇ ਕਿਸਾਨ ਦਾ ਮਸਲਾ ਹੱਲ ਕਰਦਾ ਵੀ ਕਿਸਾਨ ਹੀ ਨਹੀਂ ਰਹਿਣਾ ਖੇਤੀ 'ਚ, ਤੇ ਮਸਲਾ ਤਾਂ ਕਾਰਪੋਰੇਟ ਘਰਾਣੇ ਆ ਜਾਣੇ ਆ। ਫਿਰ ਸਵਾਲ ਨਹੀਂ, ਜਿਵੇਂ ਗਰੀਬੀ ਦੂਰ ਕਰਨ ਦੇ ਨਾਲੇ ਤੇ ਗਰੀਬ ਖਤਮ ਕਰ ਦਿੱਤਾ ਗਿਆ, ਹੁਣ ਕਿਸਾਨੀ ਦੇ ਮਸਲੇ ਹੱਲ ਕਰਨੇ ਤੇ ਕਿਸਾਨ ਖਤਮ ਕੀਤਾ ਜਾਣਾ। ਆਹ ਪੈਟਰਨ ਹੈ। ਭਾਜਪਾ ਦੇ ਆਗੂ ਦਾ ਕਹਿਣਾ ਹੈ ਕਿ ਇਹ 3 ਬਿੱਲ ਇਹਨਾਂ ਦੇ ਹੱਕ 'ਚ ਹੈਗੇ, ਪਰ ਪੰਜਾਬ ਦੀ ਸਰਕਾਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ। ਨਹੀਂ, ਉਹ ਪੰਜਾਬ ਦੀ ਗੁੰਮਰਾਹ ਕਰੀ ਹਰਿਆਣੇ ਵਾਲੀ ਸਹੀ ਦੱਸਦੇ ਆ, ਯੂਪੀ ਵਾਲੀ ਸਹੀ ਦੱਸਦੇ ਆ। ਯੂਪੀ ਵਾਲੇ ਕਿਸਾਨਾਂ ਦਾ ਹਾਲਾਤ ਤੁਹਾਨੂੰ ਦੱਸ ਦਿਓ ਵੀ ਉੱਥੇ ਕਿਹੜਾ ਕਰਨਾ ਤੇ ਕਰਜ਼ਾ ਨਹੀਂ ਹੈਗਾ। ਯੂਪੀ ਦੇ ਹਾਲਾਤ ਤਾਂ ਸਾਡੇ ਨੂੰ ਵੀ ਬਹਿ ਰਹੇ ਨੇ। ਤਾਂ ਇਹ ਤਾਂ ਦੂਸ਼ਣਬਾਜ਼ੀ ਹੈ ਇੱਕ ਦੂਜੀ ਸਰਕਾਰ ਤੇ, ਹੋਰ ਕੁਝ ਨਹੀਂ ਹੈਗਾ। ਪੰਨੇ ਸਾਹਿਬ ਜਿਹੜਾ ਮਲੋੜ ਦੇ ਵਿੱਚ ਹੋਇਆ ਬੀਜੇਪੀ ਦੇ ਨਾਲ, ਉਹਨੂੰ ਕਿੱਦਾਂ ਵੇਖ ਰਹੇ? ਕਿਉਂਕਿ ਕਿਸਾਨਾਂ ਦੇ ਉੱਤੇ ਰੋਬ ਲੱਗ ਰਹੇ, ਕਿਸਾਨਾਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਨੇ, ਵੈਰੀਫਾਈ ਕੋਈ ਕੀਤਾ ਨਹੀਂ ਜਾ ਰਿਹਾ, ਨਜਾਇਜ਼ ਹੀ ਪਰਚੇ ਕਰਕੇ ਉਹਨਾਂ ਨੂੰ ਜੇਲ੍ਹ 'ਚ ਸੁੱਟੇ ਜਾ ਰਹੇ। ਆਹ ਦੇਖੋ, ਕੋਈ ਜਥੇਬੰਦੀ ਨਹੀਂ ਕਦੀ ਚਾਹੁੰਦੀ ਵੀ ਕਦੀ ਵੀ ਉਹਨਾਂ 'ਤੇ ਇਸ ਕਿਸਮ ਦੇ ਆਰੋਪ ਲੱਗਣ, ਇਸ ਕਿਸਮ ਦਾ ਮਾਹੌਲ ਬਣੇ। ਮੈਨੂੰ ਨਹੀਂ ਲੱਗਦਾ ਕਦੀ ਕੋਈ ਜਥੇਬੰਦੀ ਚਾਹੁੰਦੀ। ਠੀਕ ਹੈ, ਡੈਮੋਕ੍ਰੇਸੀ ਸਾਡਾ ਵਿਰੋਧ ਕਰਨ ਦਾ ਹੱਕ ਹੈ, ਅਸੀਂ ਕਰਾਂਗੇ, ਉਹਨਾਂ ਦੇ ਕੰਮ ਵੀ ਕਰਾਂਗੇ। ਪਰ ਸਵਾਲ ਤਾਂ ਇਹ ਹੈਗਾ ਵੀ ਜੇ ਇਸ ਕਿਸਮ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਅਸੀਂ ਜਸਟੀਫਿਕੇਸ਼ਨ ਨਹੀਂ ਕਰਦੇ ਕਿਸੇ ਘਟਨਾ ਵੀ ਹੁਣ ਇਹਨੂੰ ਕਹਿ ਕੇ ਜਾਇਜ਼ ਕਰ ਲਾਂਗੇ। ਪਰ ਤੁਸੀਂ ਦੇਖੋ ਵੀ ਤੁਸੀਂ ਤਾਂ ਪਬਲਿਕ ਨੁਮਾਇੰਦੇ ਜੇ, ਤੁਹਾਨੂੰ ਸਾਰਿਆਂ ਨੇ ਵੋਟਾਂ ਪਾਈਆਂ, ਤੁਸੀਂ ਹਿੰਦੂ ਸਿੱਖ ਵਾਲਾ ਖੇਡ ਕਿਹੜੀ ਗੱਲ ਤੋਂ ਖੇਡਦੇ ਜੇ ਹੁਣ? ਤਾਂ ਕੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਤੁਸੀਂ ਨਹੀਂ ਲਾਂਬੂ ਲਾ ਰਹੇ ਹੁਣ ਆ ਕੇ? ਤਾਂ ਤੁਸੀਂ ਕੀ ਤੁਹਾਡੀ ਸਾਰਿਆਂ ਪ੍ਰਤੀ ਜ਼ਿੰਮੇਵਾਰੀ ਹੈ। ਤੁਸੀਂ ਆਪਦੀ ਤੁਸੀਂ ਬਿੱਲ ਇਹਨਾਂ ਦਾ ਮਸਲਾ ਹੱਲ ਕਰਨਾ ਨਹੀਂ ਕਰਨਾ ਇਹ ਕਰਾਇਆ, ਪਰ ਤੁਸੀਂ ਆਪਦੀ ਘੱਟੋ ਘੱਟ ਸ਼ਬਦਾਵਲੀ ਜਾਂ ਸਾਨੂੰ ਕਹਿਣ ਵੀ ਸਾਡੀ ਸ਼ਬਦਾਵਲੀ ਕਦੀ ਮਾਰੀ ਹੈ ਉਹਨਾਂ ਪ੍ਰਤੀ, ਸਾਡਾ ਨਿੱਜੀ ਵਿਰੋਧਤਾ ਨਹੀਂ ਹੈਗਾ ਉਹਨਾਂ ਨਾਲ। ਤਾਂ ਇਸ ਕਰਕੇ ਭਾਜਪਾ ਜਾਣਬੁੱਝ ਕੇ ਮਾਹੌਲ ਖਰਾਬ ਕਰ ਰਹੀ ਆ, ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਵਿਗਾੜਿਆ ਜਾ ਰਿਹਾ। ਉਹਨਾਂ ਦਾ ਕਹਿ ਭਾਜਪਾ ਦੇ ਆਗੂਆਂ ਦਾ ਕਹਿਣਾ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਕਿਸਾਨ। ਭਾਜਪਾ ਦੇ ਲੀਡਰ ਕਰ ਰਹੇ ਨੇ, ਕਿਸਾਨ ਨਹੀਂ ਕਰ ਰਹੇ। ਕਿਸਾਨ ਤਾਂ ਤੁਹਾਡੇ ਦਰ ਤੇ ਬੈਠਾ, ਦਿੱਲੀ ਜਾ ਕੇ 4 ਮਹੀਨੇ ਹੋ ਗਏ। ਠੀਕ ਹੈ, 350 ਬੰਦਾ ਸ਼ਹੀਦ ਕਰਾ ਲਿਆ ਉਹਨੇ, ਤੁਸੀਂ ਇੱਕ ਗੱਲ ਤੱਕ ਨਹੀਂ ਸੁਣੀ ਉਹਨਾਂ ਦੀ। ਉਹ ਕਿਵੇਂ ਮਾਹੌਲ ਖਰਾਬ ਕਰਦੇ ਨੇ? ਮਰਦਾ ਕੀ ਨਹੀਂ ਕਰਦਾ, ਫਰਿਆਦੀ ਕੀ ਕਰ ਦੇਣਗੇ? ਜਿਹੜੇ ਹਾਕਮ ਹੁੰਦੇ, ਜਿਨ੍ਹਾਂ ਦੇ ਹੱਕ 'ਚ ਹੱਥ ਦੇ ਵਿੱਚ ਦੇਸ਼ ਦੀ ਵਾਗਡੋਰ ਹੁੰਦੀ ਆ, ਉਹ ਖਰਾਬ ਕਰ ਸਕਦੇ ਨੇ। ਉਹਨਾਂ ਕੋਲ ਸਰਕਾਰ ਆ, ਉਹਨਾਂ ਕੋਲ ਪੁਲਿਸ ਆ, ਫੌਜ ਆ, ਅਰਧ ਸੈਨਿਕ ਬਲ ਆ, ਤੁਹਾਡੀ ਸੱਤਾ ਵਾ, ਅਸੀਂ ਕੀ ਖਰਾਬ ਕਰ ਲਾਂਗੇ ਬਈ? ਪੱਦੇ ਸਾਹਿਬ, ਜਿਹੜੀ ਹੁਣ ਮੀਟਿੰਗ ਹੋਣੀ ਆ ਇੱਥੇ ਆੜਤੀ ਪਹੁੰਚ ਕੇ ਵਰਕਰ ਕੇ ਮੇਨ ਮੁੱਦੇ ਕੀ ਰਹਿਣਗੇ ਮੀਟਿੰਗ? ਦੇਖੋ, ਮੇਨ ਮੁੱਦੇ ਤਾਂ ਹੈਗਾ ਵੀ ਇੱਕ ਤਾਂ ਵੀ ਦਿੱਲੀ ਦੇ ਮੋਰਚੇ ਨੂੰ ਕਿਵੇਂ ਕਾਇਮ ਕਰਨਾ ਵਾ, ਮੁੱਖ ਰੂਪ ਵਿੱਚ ਝੋਨੇ ਤੇ ਕਣਕ ਦੇ ਸੀਜ਼ਨ ਵਿੱਚ ਕਿਹੜਾ ਪੈਟਰਨ ਲੈ ਕੇ ਜਾਈਏ। ਉਹਦੇ ਵਿੱਚ ਔਰਤਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ। ਜੇ ਅੱਧੀ ਆਬਾਦੀ ਸਾਡੀ, ਜੇ ਮਾਵਾਂ ਭੈਣਾਂ ਸਾਡੀਆਂ ਮੋਰਚੇ 'ਚ ਆ ਰਹੀਆਂ, ਔਰ ਉਹਨਾਂ ਦੀ ਹੋਰ ਥੋੜ੍ਹੀਆਂ ਉਹਨੂੰ ਹੋਰ ਵਧਾਉਣ ਦੀ ਲੋੜ ਹੈ। ਇਹਦੇ 'ਤੇ ਗੱਲ ਕੀਤੀ ਜਾਊ। ਨੌਜਵਾਨ ਖੇਤਰ ਦਾ ਜਿਹੜਾ ਹੋਰ ਯੋਗਦਾਨ ਪਾਇਆ ਜਾਊਗਾ ਆਪਣੇ ਪਰਿਵਾਰਾਂ 'ਚੋਂ ਵੀ, ਜਿੱਥੇ ਹੀ ਕਿਸਾਨ ਆ ਰਹੇ ਅਸੀਂ ਆਪਣੇ ਪਰਿਵਾਰਾਂ 'ਚੋਂ ਮਾਤਾਵਾਂ ਭੈਣਾਂ ਨੂੰ ਤੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ। ਸਾਡੇ ਕੋਲ ਇਹ ਸੋਰਸ ਆ, ਤੇ ਸਾਡੇ ਸਿੱਖਿਅਤ ਨੇ ਜ਼ਿਆਦਾ ਪਰਿਵਾਰਾਂ ਨਾਲ ਜੁੜੇ ਹੋਏ ਆ। ਇਹ ਤੋਂ ਕਾ ਮਜ਼ਦੂਰ, ਖੇਤ ਮਜ਼ਦੂਰ ਜਿਹੜਾ ਪਿੰਡ 'ਚ ਬੈਠਾ ਵਾ, 33% ਉਹਦੀ ਆਬਾਦੀ, ਚਾਹੇ ਉਹ ਭੱਠੇ 'ਤੇ ਜਾਂਦਾ, ਫੈਕਟਰੀ ਜਾਂਦਾ, ਉਹਨੂੰ ਘਰ ਜਾ ਕੇ ਉੱਥੇ ਜਾ ਕੇ ਮੀਟਿੰਗਾਂ ਲਾ ਕੇ ਉਹਨੂੰ ਲਾਮਬੰਦ ਕੀਤਾ ਜਾਵੇ। ਬਾਕੀ ਸ਼ਹਿਰੀ ਖੇਤਰ ਆ, ਇਹਨੂੰ ਅੰਮ੍ਰਿਤਸਰ ਨੂੰ 10-12 ਹਿੱਸਿਆਂ 'ਚ ਵੰਡਾਂਗੇ ਅਸੀਂ, ਵੰਡ ਕੇ ਪ੍ਰਚਾਰ ਕਰਾਂਗੇ। ਵੀ ਦੇਖਣ ਵਾਲੀ ਗੱਲ ਹੋਊ ਵੀ ਅਸੀਂ ਕਿੰਨੇ ਸਫਲ ਹੋਣੇ ਆਉਣ ਵਾਲੇ ਸਮੇਂ 'ਚ। ਇਹ ਏਜੰਡੇ ਹੋਣਗੇ। ਇਹ ਜੀ ਸਰਵਨ ਸਿੰਘ ਪੰਦੇਰ ਕਿਸਾਨ ਆਗੂ, ਤੇ ਉਹਨਾਂ ਦਾ ਇੱਕੋ ਹੀ ਏਜੰਡਾ ਵਾ ਕਿ ਜਿਹੜੇ 3 ਬਿੱਲ ਉਹ ਵੀ ਰੱਦ ਕਰਵਾਏ ਜਾਣਗੇ, ਤੇ ਜਿਹੜੇ ਵਰਕਰ ਨੇ, ਜਿਹੜੀ ਰੀੜ ਹੱਡੀ ਮੰਨੀ ਗਈ ਆ, ਉਸ ਦੇ ਉੱਤੇ ਵੀ ਚਰਚਾ ਕੀਤੀ ਜਾਵੇਗੀ। ਅੱਜ ਅੰਮ੍ਰਿਤਸਰ ਦਾਣਾ ਮੰਡੀ ਦੇ ਵਿੱਚ ਕਿਸਾਨ ਅਤੇ ਆੜਤੀਏ ਅਤੇ ਵਰਕਰਾਂ ਦੀ ਜਿਹੜੀ ਮੀਟਿੰਗ ਆ, ਸਿਲਸਿਲਾ 12 ਵਜੇ ਤੱਕ ਚਾਲੂ ਹੋਵੇਗਾ। ਇਸ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ 'ਤੇ ਵੀ ਚਰਚਾ ਹੋਵੇਗੀ। ਕੈਮਰਾਮੈਨ ਸਿੱਧੀ ਕੁਮਾਰ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।